विद्यार्थियों ਅਸੀਂ ਅੱਜ ਆਟੋਮੋਬਾਈਲ ਵਿਸ਼ੇ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਆਟੋਮੋਬਾਈਲ ਜਿਹੜਾ ਸ਼ਬਦ ਹੈ ਉਹ ਦੋ ਸ਼ਬਦਾਂ ਜਿਵੇਂ ਆਟੋ ਪਲੱਸ ਮੋਬਾਈਲ ਤੋਂ ਬਣਿਆ। ਆਟੋ ਦਾ ਮਤਲਬ ਹੈ ਸਵੈਚਾਲਿਤ, ਮੋਬਾਈਲਸ ਦਾ ਮਤਲਬ ਹੈ ਚੱਲਣ ਵਾਲਾ ਵਾਹਨ, ਮੀਨਸ ਕਿ ਆਪਣੇ ਆਪ ਚੱਲਣ ਵਾਲਾ ਵਾਹਨ। ਤਾਂ ਇਸ ਤੋਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਆਟੋਮੋਬਾਈਲ ਜਿਹੜਾ ਇੱਕ ਆਪਣੇ ਆਪ ਚੱਲਣ ਵਾਲਾ ਵਾਹਨ ਹੈ ਜੋ ਆਪਣੀ ਊਰਜਾ ਆਪ ਪੈਦਾ ਕਰਦਾ ਹੈ ਅਤੇ ਸਵਾਰੀਆਂ ਅਤੇ ਸਮਾਨ ਨੂੰ ਸੜਕ ਉੱਤੇ ਢੋਣ ਦੇ ਲਈ ਵਰਤਿਆ ਜਾਂਦਾ ਹੈ। ਸਾਡੀ ਯੂਨਿਟ ਫਸਟ ਹੈ, ਉਹਦਾ ਨਾਮ ਹੈ ਆਟੋਮੋਬਾਈਲ ਦੀ ਸ਼ੁਰੂਆਤ ਅਤੇ ਇਤਿਹਾਸ। ਇਹਦੇ ਵਿੱਚ ਸੈਸ਼ਨ 1 ਹੈ ਪਹੀਏ ਦੀ ਕਾਢ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਵੀ ਮਕੈਨੀਕਲ, ਹਰ ਤਰ੍ਹਾਂ ਦੇ ਮਕੈਨੀਕਲ ਕੰਮ ਦਾ ਜਿਹੜਾ ਬੇਸ ਹੈ ਉਹ ਇੱਕ ਪਹੀਆ ਹੈ। ਪਹੀਏ ਦੀ ਸ਼ੁਰੂਆਤ ਹੈ ਜਿਹੜੀ ਕਾਫੀ ਪੁਰਾਣੇ ਸਮੇਂ ਤੋਂ ਹੋਈ ਹੈ। ਪਹੀਏ ਦੀ ਸ਼ੁਰੂਆਤ ਹੈ ਜਿਹੜੀ ਮੈਸੋਪੋਟਾਮੀਆ ਵਿੱਚ ਸਭ ਤੋਂ ਪਹਿਲਾਂ 4500 ਈਸਾ ਪੂਰਵ ਦੇ ਵਿੱਚ ਖੋਜ ਹੋਈ। ਪਹਿਲੇ ਦੇ ਜਿਹੜੇ ਪਹੀਏ ਸਨ ਉਹ ਲੱਕੜ ਦੇ ਤਣਿਆਂ ਤੋਂ ਬਣਾਏ ਜਾਂਦੇ ਸਨ। ਜਿਵੇਂ ਕਿ ਇੱਕ ਪੇੜ ਦੇ ਤਣੇ ਨੂੰ ਗੋਲਾਈ ਵਿੱਚ ਕਰਕੇ ਉਹਦੇ ਤੋਂ ਹੀ ਕੰਮ ਲਿਆ ਜਾਂਦਾ ਸੀ ਐਜ਼ ਏ ਪਹੀਏ ਦੀ ਤਰ੍ਹਾਂ। ਪਰ ਜਿਵੇਂ ਜਿਵੇਂ ਸਮਾਂ ਜਿਹੜਾ ਹੈ ਬਦਲਦਾ ਗਿਆ, ਉਸੇ ਤਰ੍ਹਾਂ ਜਿਹੜਾ ਪਹੀਏ ਦਾ ਜਿਹੜਾ ਰੂਪ ਹੈ ਉਹ ਵੀ ਚੇਂਜ ਹੁੰਦਾ ਗਿਆ। ਉਸੇ ਤਰ੍ਹਾਂ ਉਹਦੇ ਜਿਹੜਾ ਮੋਟਾਈ ਹੈ ਉਹ ਘਟਾ ਦਿੱਤੀ ਗਈ ਅਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਸਮਾਂ ਆਉਂਦਾ ਗਿਆ ਤਾਂ ਤੁਸੀਂ ਜਿਹੜਾ ਅੱਜ ਦਾ ਪਹੀਆ ਦੇਖਿਓ ਉਹ ਕਾਫੀ ਸਮੇਂ ਦੇ ਸੁਧਾਰ ਤੋਂ ਬਾਅਦ ਅੱਜ ਦਾ ਜਿਹੜਾ ਪਹੀਆ ਹੈ ਉਹ ਜਿਹੜਾ ਹੋਂਦ ਵਿੱਚ ਆਇਆ ਹੈ। ਪਹੀਆ ਕੀ ਚੀਜ਼ ਹੈ? ਪਹੀਆ ਇੱਕ ਗੋਲਾਕਾਰ ਯੰਤਰ ਹੈ ਜਾਂ ਕਹਿ ਸਕਦੇ ਹੋ ਗੋਲਾਕਾਰ ਵਸਤੂ ਹੈ ਜਿਹੜੀ ਕਿ ਆਪਣੇ ਧੁਰੇ ਦੁਆਲੇ ਘੁੰਮਦੀ ਹੈ, ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਇਸ ਨਾਲ ਕੀ ਹੈ ਕਿ ਜਦੋਂ ਇਹ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਤਾਂ ਇਹਦੇ ਉੱਪਰ ਅਗਰ ਕੋਈ ਚੀਜ਼ ਰੱਖੀ ਹੋਵੇ ਤਾਂ ਉਸ ਨੂੰ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ ਪਹੀਏ ਦੀ ਸਹਾਇਤਾ ਨਾਲ ਕਾਫੀ ਉਹਨੂੰ ਆਸਾਨ ਹੁੰਦਾ ਹੈ। ਇਸ ਕਰਕੇ ਅਸੀਂ ਪਹੀਏ ਦੀ ਵਰਤੋਂ ਜ਼ਿਆਦਾ ਕਰਦੇ ਹਾਂ। ਜਿਵੇਂ ਕਿ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ ਕਿ ਪਹੀਆ ਜਿਹੜਾ ਹੈ ਠੋਸ ਵੀ ਹੋ ਸਕਦਾ ਹੈ ਅਤੇ ਸੀਖਾਂ ਵਾਲਾ ਵੀ ਹੋ ਸਕਦਾ। ਜਿਵੇਂ ਕਿ ਸੀਖਾਂ ਵਾਲਾ ਉਹਦੇ ਵਿੱਚ ਭਾਰ ਘਟਾਇਆ ਜਾਂਦਾ, ਮੀਨਸ ਕਿ ਆਪਣੀ ਅਲੱਗ ਅਲੱਗ ਜ਼ਰੂਰਤ ਦੇ ਅਨੁਸਾਰ ਪਹੀਏ ਦਾ ਜਿਹੜਾ ਹੈ ਉਹਦਾ ਸ਼ੇਪ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਜਿਵੇਂ ਕਹਿ ਸਕਦੇ ਹਾਂ ਕਿ ਪਹੀਏ ਦੇ ਧੁਰੇ ਉੱਤੇ ਘੁੰਮਣ ਨਾਲ ਗਤੀਸ਼ੀਲ ਹੋਣ ਵਾਲੇ ਪਹੀਏ ਦੀ ਰਗੜ ਬਹੁਤ ਘੱਟ ਜਾਂਦੀ ਹੈ। ਪਹੀਏ ਨਾਲ ਲਗਾਉਣ ਦਾ ਸਾਨੂੰ ਵਰਤਣ ਦਾ ਇਹ ਫਾਇਦਾ ਕਿ ਇਹਦੇ ਨਾਲ ਹੈ ਜਿਹੜੀ ਹੈ ਸਾਡੀ ਦੋ ਵਸਤੂਆਂ ਦੇ ਵਿੱਚ ਆਪਸ ਦੇ ਵਿੱਚ ਰਗੜ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਅਤੇ ਇਹਦੇ ਨਾਲ ਹੈ ਜਿਹੜੀ ਊਰਜਾ ਵੀ ਬਹੁਤ ਘੱਟ ਲੱਗਦੀ ਹੈ। ਪਹੀਆ ਕਹਿ ਸਕਦੇ ਹਾਂ ਕਿ ਅਸੀਂ ਮਕੈਨੀਕਲ ਜਾਂ ਸਾਡੇ ਆਟੋਮੋਬਾਈਲ ਦਾ ਜਿਹੜਾ ਬੇਸ ਹੈ ਜਿਹਦੇ ਵਿੱਚ ਹਰ ਕਿਸੇ ਨਾ ਕਿਸੇ ਪਾਰਟਸ ਦੇ ਵਿੱਚ ਪਹੀਏ ਦੀ ਜ਼ਰੂਰਤ ਪੈਂਦੀ ਹੈ। ਉਸ ਤੋਂ ਬਾਅਦ ਹੈ ਇਸ ਦੇ ਕੁਐਸਚਨ ਆਨਸਰ ਅਤੇ ਬਲੈਂਕਸ ਹੈ। ਜਿਵੇਂ ਕਿ ਪਹਿਲੀ ਬਲੈਂਕਸ ਹੈ ਪਹੀਆ ਹੁਣ ਤੱਕ ਦੀਆਂ ਮਸ਼ੀਨੀ ਕਾਢਾਂ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਗਲਾ ਸੈਸ਼ਨ ਹੈ ਜਿਹੜਾ ਹੈ ਪਹੀਏ ਵਾਲਾ ਗੱਡਾ। ਪਹੀਏ ਵਾਲਾ ਗੱਡਾ ਜਿਹੜਾ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਦੇ ਜਿਹੜੇ ਪੁਰਾਣੇ ਟਾਈਮ ਹੈ ਉਹਨਾਂ ਦੇ ਵਿੱਚ ਜਿਹੜਾ ਆਵਾਜਾਈ ਦਾ ਸਾਧਨ ਸੀਗਾ ਉਹ ਮੇਨ ਸੀਗਾ ਕਿ ਗੱਡਾ ਬਣਾਇਆ ਜਾਂਦਾ ਸੀ ਜੋ ਕਿ ਲੱਕੜ ਦਾ ਹੁੰਦਾ ਸੀ, ਜੋ ਜਾਂ ਤਾਂ ਮਨੁੱਖ ਉਹਨੂੰ ਆਪਣੇ ਹੱਥਾਂ ਨਾਲ ਖਿੱਚਦਾ ਸੀ ਜਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਦੇ ਜਾਨਵਰ ਜਿਵੇਂ ਘੋੜਾ ਹੋ ਗਿਆ, ਬੈਲ ਹੋ ਗਿਆ ਜਾਂ ਕੋਈ ਹੋਰ ਤਰ੍ਹਾਂ ਦੇ ਜਾਨਵਰ ਜਿਹੜਾ ਗੱਡਾ ਖਿੱਚਣ ਦੇ ਲਈ ਕੰਮ ਆਉਂਦੇ ਸਨ। ਗੱਡਾ ਕੀ ਹੈ? ਗੱਡਾ ਇੱਕ ਦੋ ਪਹੀਆ ਵਾਹਨ ਹੈ ਜੋ ਮਨੁੱਖ ਜਾਂ ਜਾਨਵਰਾਂ ਦੁਆਰਾ ਖਿੱਚਿਆ ਜਾਂਦਾ ਹੈ। ਅਤੇ ਜਿਹੜਾ ਇਹ ਗੱਡਾ ਹੈ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਗੱਡੇ ਨੂੰ ਖਿੱਚਣ ਦੇ ਲਈ ਜਿਵੇਂ ਰੱਥ ਇਸਤੇਮਾਲ ਹੁੰਦੇ ਸੀਗੇ ਉਹਦੇ ਵਿੱਚ ਘੋੜੇ ਲਗਾਏ ਜਾਂਦੇ ਸੀ ਅਤੇ ਜਿਹੜਾ ਗੱਡਾ ਹੈ ਉਹਦਾ ਨਾਮ ਵੀ ਜਿਹੜਾ ਜਿਸ ਜਾਨਵਰ ਨਾਲ ਉਹ ਗੱਡਾ ਖਿੱਚਿਆ ਜਾਂਦਾ ਸੀ ਉਹਦੇ ਨਾਮ ਉੱਤੇ ਹੀ ਉਹਦਾ ਨਾਮ ਰੱਖ ਦਿੱਤਾ ਜਾਂਦਾ ਸੀ। ਜਿਵੇਂ ਘੋੜਾ ਜਿਹੜਾ ਗੱਡਾ ਖਿੱਚਣ ਲਈ ਵਰਤਿਆ ਜਾਂਦਾ ਉਹਨੂੰ ਰੱਥ ਕਹਿ ਦਿੱਤਾ ਜਾਂਦਾ ਹੈ। ਜੇ ਗੱਡੇ ਨੂੰ ਖਿੱਚਣ ਲਈ ਬੈਲ ਦਾ ਇਸਤੇਮਾਲ ਹੁੰਦਾ ਹੈ ਤਾਂ ਉਸ ਨੂੰ ਬੈਲ ਗੱਡੀ ਕਿਹਾ ਜਾਂਦਾ ਹੈ। ਪੁਰਾਣੇ ਪਿਛਲੇ ਟਾਈਮਾਂ ਦੇ ਵਿੱਚ ਗੱਡਾ ਜਾਂ ਰੱਥ ਆਵਾਜਾਈ ਦਾ ਇੱਕ ਮੇਨ ਸਾਧਨ ਸੀ। ਇਸ ਦੇ ਨਾਲ ਹੀ ਲੋਕ ਦੂਰ ਦੂਰ ਤੱਕ ਆਪਣਾ ਸਮਾਨ ਜਾਂ ਸਵਾਰੀਆਂ ਨੂੰ ਢੋਂਦੇ ਸਨ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਬੁੱਲ ਕਾਰਟ ਦਾ ਮਤਲਬ ਹੈ ਬੈਲ ਗੱਡੀ। ਬੈਲ ਗੱਡੀ ਦੋ ਪਹੀਆ ਵਾਹਨ ਹੈ
ਜੋ ਬਲਦਾਂ ਦੁਆਰਾ ਖਿੱਚਿਆ ਜਾ ਸਕਦਾ ਹੈ। ਬਾਕੀ ਜਗ੍ਹਾ ਦੇ ਅਨੁਸਾਰ ਜਿਹੜੇ ਇਹ ਗੱਡੇ ਹੈ, ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਜਿਵੇਂ ਬੱਕਰੀਆਂ, ਕੁੱਤਿਆਂ ਜਾਂ ਗਧਿਆਂ ਦੁਆਰਾ ਖਿੱਚੇ ਜਾ ਸਕਦੇ ਆ। ਇਹਦਾ ਮਤਲਬ ਇਹ ਹੈ ਕਿ ਅਲੱਗ-ਅਲੱਗ ਜਗ੍ਹਾ ਦੇ ਅਕੋਰਡਿੰਗ ਜਿਹੜੀ ਹੈ ਗੱਡੀ ਹੈ, ਜਿਵੇਂ ਸਾਧਨ ਹੈ ਗੱਡਾ, ਉਹਦਾ ਜਿਹੜਾ ਨਾਮ ਔਰ ਉਹਦਾ ਰੂਪ ਚੇਂਜ ਹੁੰਦਾ ਜਾਂਦਾ ਹੈ। ਅੱਗੇ ਘੋੜਾ ਸ਼ਕਤੀ। ਆਟੋਮੋਬਾਈਲ ਦੇ ਵਿੱਚ ਜਦੋਂ ਅਸੀਂ ਜਿਹੜੀ ਇੰਜਨ ਦੀ ਅਸੀਂ ਨਾਪਦੇ ਹਾਂ, ਉਹਦੀ ਸ਼ਕਤੀ ਨਾਪਦੇ ਹਾਂ, ਉਹ ਨਾਪਦੇ ਹਾਂ ਘੋੜਾ ਸ਼ਕਤੀ ਦੀ ਟਰਮ ਦੇ ਵਿੱਚ, ਕਿ ਜਿਹੜਾ ਇੰਜਨ ਹੈ ਉਹਦੀ ਜਿਹੜੀ ਪਾਵਰ ਹੈ ਉਹ ਕਿੰਨੇ ਘੋੜਿਆਂ ਦੀ ਸ਼ਕਤੀ ਦੇ ਬਰਾਬਰ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ 1 ਹਾਰਸ ਪਾਵਰ ਹੈ ਉਹ ਹੈ ਜਿਹੜਾ ਇੰਜਨ ਹੈ ਉਹਦੀ ਜਿਹੜੀ ਕਪੈਸਿਟੀ ਅਸੀਂ ਨਾਪਣੀ ਆ, ਉਹ ਹਾਰਸ ਪਾਵਰ ਦੇ ਅਕੋਰਡਿੰਗ ਨਾਪਦੇ ਹਾਂ। ਹਾਰਸ ਪਾਵਰ ਦੇ ਅਕੋਰਡਿੰਗ ਵੀ, ਅਤੇ ਪੈਟਰੋਲ ਇੰਜਨ ਦੇ ਵਿੱਚ ਸੀਸੀ ਦੇ ਅਕੋਰਡਿੰਗ, ਕਿਊਬਿਕ ਸੈਂਟੀਮੀਟਰ ਦੇ ਅਕੋਰਡਿੰਗ। ਅਤੇ ਜਿਹੜੇ 1 ਹਾਰਸ ਪਾਵਰ ਹੈ ਉਹ ਬਰਾਬਰ ਹੈ 10 ਤੋਂ 12 ਬੰਦਿਆਂ ਦੀ ਤਾਕਤ ਦੇ ਮੁਤਾਬਕ। ਜਿਵੇਂ ਕਿ ਕਹਿ ਸਕਦੇ ਹਾਂ ਕਿ 1 ਹਾਰਸ ਪਾਵਰ ਜਿੰਨਾ ਇੱਕ ਘੋੜਾ ਵਜਨ ਚੱਕਦਾ ਹੈ, ਉਹ ਵਜਨ 10 ਜਾਂ 12 ਬੰਦੇ ਮਿਲ ਕੇ ਉਹ ਵਜਨ ਜਾਂ ਉਹ ਕੰਮ ਕਰ ਸਕਦੇ ਆ। ਤਾਂ ਅਸੀਂ ਕਹਿ ਸਕਦੇ ਹਾਂ ਕਿ 1 ਹਾਰਸ ਪਾਵਰ ਹੈ ਜਿਹੜੀ ਉਹ 10 ਤੋਂ 12 ਬੰਦਿਆਂ ਦੀ ਤਾਕਤ ਦੇ ਬਰਾਬਰ ਹੈ। ਅਤੇ ਬੇਟਾ ਜੀ ਇਸ ਦੇ ਹੁਣ ਬਲੈਂਕਸ ਅਤੇ ਕੁਐਸਚਨ ਆਨਸਰ ਕਰਨੇ ਆ। ਬਲੈਂਕਸ ਮੈਂ ਇਹਦੇ ਵਿੱਚ ਅਸੀਂ ਭਰੀਆਂ ਹੋਈਆਂ, ਤੁਸੀਂ ਦੇਖ ਕੇ ਨੋਟ ਡਾਊਨ ਕਰਕੇ ਜਿਹੜੀਆਂ ਲਿਖ ਲੈਣੀਆਂ, ਅਤੇ ਜਿਹੜੇ ਕੁਐਸਚਨ ਹੈ ਇਹਨਾਂ ਦੀ ਨਿਸ਼ਾਨੀ ਵੀ ਲਗਾ ਦਿੱਤੀ ਗਈ ਹੈ। ਉਸ ਤੋਂ ਬਾਅਦ ਹੈ ਸੈਸ਼ਨ 3 ਆਟੋਮੋਬਾਈਲਸ ਦੀ ਕਾਢ। ਇਹ ਤੁਹਾਡਾ ਇਸ ਯੂਨਿਟ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਸੈਸ਼ਨ ਹੈ ਕਿ ਆਟੋਮੋਬਾਈਲ ਦੀ ਸ਼ੁਰੂਆਤ ਕਿੱਥੋਂ ਹੋਈ। ਆਟੋਮੋਬਾਈਲ ਦੀ ਸ਼ੁਰੂਆਤ ਕਾਫੀ ਪੁਰਾਣੇ ਟਾਈਮ 'ਚ ਹੋਈ। 1672 ਈਸਵੀ ਦੇ ਵਿੱਚ ਇੱਕ ਜਿਹੜੀ ਅੱਜ ਕੱਲ੍ਹ ਦੀ ਕਾਰ ਤੁਸੀਂ ਦੇਖਦੇ ਹੋ ਉਹਦੇ ਵਰਗਾ ਇਹ ਇੱਕ ਖਿਡੌਣਾ ਮਾਡਲ ਤਿਆਰ ਕੀਤਾ ਗਿਆ ਸੀ 1672 ਈਸਵੀ ਵਿੱਚ, ਜਿਸ ਦੇ ਵਿੱਚ ਅੰਦਰੂਨੀ ਦਹਨ ਇੰਜਨ ਲਗਾਇਆ ਗਿਆ ਸੀ ਉਸ ਨੂੰ ਚਲਾਉਣ ਦੇ ਵਾਸਤੇ। ਉਸ ਤੋਂ ਬਾਅਦ ਜਿਵੇਂ ਜਿਵੇਂ ਹੌਲੀ ਟਾਈਮ ਹੁੰਦਾ ਗਿਆ ਅਤੇ 1806 ਈਸਵੀ ਵਿੱਚ ਇੱਕ ਜਿਹੜੀ ਮਾਡਲ ਜਿਹੜਾ ਚੱਲਣਯੋਗ ਮਾਡਲ 1806 ਈਸਵੀ ਵਿੱਚ ਅੰਦਰੂਨੀ ਇੰਜਨ ਨਾਲ ਆਇਆ, ਜਿਸ ਦੇ ਵਿੱਚ ਭਾਫ ਇੰਜਨ ਲੱਗਿਆ ਸੀ ਅਤੇ ਉਹ ਚੱਲਣ ਦੇ ਕਾਬਲ ਸੀ। ਉਸ ਤੋਂ ਬਾਅਦ ਇੱਕ ਜਰਮਨੀ ਦੇ ਮਸ਼ਹੂਰ ਵਿਗਿਆਨਿਕ ਕਾਰਲਸ ਬੈਂਜ ਨੇ 1885 ਦੇ ਵਿੱਚ ਇੱਕ ਅੱਜ ਕੱਲ੍ਹ ਵਰਗੀ, ਜਿਵੇਂ ਕਿ ਅੱਜ ਕੱਲ੍ਹ ਦੀ ਕਾਰ ਹੈ ਉੱਦਾਂ ਦੀ ਇੱਕ ਕਾਰ ਤਿਆਰ ਕੀਤੀ, ਅਤੇ 1885 ਵਿੱਚ ਉਹਨਾਂ ਨੇ ਉਸ ਕਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਉਸ ਦੇ ਲਈ ਪੇਟੈਂਟ ਕਰਵਾਇਆ 1885 ਈਸਵੀ ਵਿੱਚ। ਤਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜੀ ਸਭ ਤੋਂ ਪਹਿਲਾਂ ਕਾਰ ਜਿਹੜੀ ਹੋਂਦ ਵਿੱਚ ਆਈ, ਜਿਹੜੀ ਅੱਜ ਕੱਲ੍ਹ ਦੇ ਰੂਪ ਦੇ ਅਕੋਰਡਿੰਗ ਜਿਹੜੀ ਕਾਰ ਜਿਹੜੀ ਹੋਂਦ ਵਿੱਚ ਆਈ, ਉਹ 1885 ਈਸਵੀ ਵਿੱਚ ਜਰਮਨੀ ਵਿੱਚ ਜਿਹੜੀ ਕਾਰਲਸ ਬੈਂਜ ਨਾਂ ਦੇ ਜਰਮਨ ਇੰਜੀਨੀਅਰ ਨੇ ਬਣਾਈ। ਉਸਨੇ ਜਿਹੜੀ ਪਹਿਲਾਂ ਕਾਰ ਬਣੀ ਉਹ 3 ਪਹੀਆ ਸੀ, ਉਹਦੇ ਵਿੱਚ ਇੱਕ ਇੰਟਰਨਲ ਕੰਬਸ਼ਨ ਜਾਂ ਅੰਦਰੂਨੀ ਦਹਨ ਇੰਜਨ ਲੱਗਿਆ ਹੋਇਆ ਸੀ, ਜੋ ਕਿ ਪੂਰਾ ਇੱਕ ਵਰਕਿੰਗ ਕਾਰ ਸੀਗੀ ਜਿਸ ਨੂੰ ਅਸੀਂ ਚਲਾ ਸਕਦੇ ਸੀ। 1879 ਈਸਵੀ ਵਿੱਚ ਜਿਹੜੀ ਕਾਰ ਬਣਾਈ 1885 ਦੇ ਵਿੱਚ ਬਣੀ, ਉਹ 1879 ਦੇ ਵਿੱਚ ਪਹਿਲੀ ਵਾਰੀ ਕਿਸੇ ਚਾਲਕ ਨੇ ਉਹਨੂੰ ਚਲਾਇਆ। ਉਸ ਚਾਲਕ ਦਾ ਨਾਮ ਸੀ, ਮਹਿਲਾ ਚਾਲਕ ਸੀ ਉਹ, ਜਿਸ ਦਾ ਨਾਮ ਸੀ ਬਾਰਥਾ ਬੈਂਚ। ਉਸ ਤੋਂ ਬਾਅਦ ਜਿਵੇਂ ਜਿਵੇਂ ਸਮੇਂ ਬੀਤਦਾ ਗਿਆ, ਹੋਰ ਕਈ ਕੰਪਨੀਆਂ ਆਈਆਂ, ਹੋਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕੰਪਨੀਆਂ ਨੇ ਕਾਰਾਂ ਦੇ ਉੱਤੇ ਕੰਮ ਕੀਤਾ। ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਸੇ ਤਰ੍ਹਾਂ ਕਾਰਾਂ ਦੇ ਡਿਜ਼ਾਈਨ ਵੀ ਚੇਂਜ ਹੁੰਦੇ ਗਏ, ਉਹਨਾਂ ਦੇ ਵਿੱਚ ਕੋਈ ਸਹੂਲਤਾਂ ਆ ਗਈਆਂ, ਉਹਨਾਂ ਦੇ ਵਿੱਚ ਬੜੇ ਤਰ੍ਹਾਂ ਦੀਆਂ ਹਰੇਕ ਤਰ੍ਹਾਂ ਦੀ ਸਹੂਲਤਾਂ ਪਾਈਆਂ, ਉਹਨਾਂ ਦਾ ਡਿਜ਼ਾਈਨ ਚੇਂਜ ਕਰ ਦਿੱਤਾ ਗਿਆ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਜਿਹੜਾ ਉਹਦੇ ਵਿੱਚ ਫੀਚਰਸ, ਉਹਦੇ ਵਿੱਚ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਇੱਕ ਫੋਰਡ ਗੱਡੀ ਦਾ ਟੀ ਮਾਡਲ ਹੈ, ਇਹ 1821 ਵਿੱਚ 1924 ਦੇ ਵਿੱਚ ਯੂਰਪ ਦੇ ਵਿੱਚ ਚੱਲਿਆ। ਉਸ ਤੋਂ ਬਾਅਦ ਇੱਕ ਆਇਆ 1926 ਦੇ ਵਿੱਚ ਆਸਟਨ ਗੱਡੀ। ਜਿਵੇਂ ਜਿਵੇਂ ਮਤਲਬ 1885 ਤੋਂ ਬਾਅਦ ਜਿਵੇਂ ਜਿਵੇਂ ਟਾਈਮ ਵੱਧਦਾ ਗਿਆ, ਅਲੱਗ-ਅਲੱਗ ਕੰਪਨੀਆਂ, ਅਲੱਗ-ਅਲੱਗ ਦੇਸ਼ਾਂ ਦੀਆਂ ਕੰਪਨੀਆਂ ਨੇ ਕਾਰਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਅਤੇ ਉਸ ਕਾਰ ਦੇ ਡਿਜ਼ਾਈਨ ਜਿਹੜਾ ਡਿਜ਼ਾਈਨ ਸੀ ਉਹਨੂੰ ਉਹਦੇ ਵਿੱਚ ਥੋੜ੍ਹੇ ਉਹਨੂੰ ਮੋਡੀਫਾਈ ਕਰਨਾ ਸ਼ੁਰੂ ਕੀਤਾ, ਅਤੇ ਅਲੱਗ-ਅਲੱਗ ਡਿਜ਼ਾਈਨ ਆਪਣੇ ਨਾਮ ਦੇ ਨਾਲ ਉਹਨਾਂ ਨੇ ਮਾਰਕੀਟ ਦੇ ਵਿੱਚ ਲਾਂਚ ਕਰਨੇ ਸ਼ੁਰੂ ਕਰ ਦਿੱਤੇ। ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਹੈ
ਕਿ ਬੀਟਲ ਜਿਹੜਾ ਪੇਜ ਨੰਬਰ 23 ਤੇ ਜਿਹੜਾ ਇੱਕ ਸਾਨੂੰ ਲਾਸਟ ਹੈ ਗੱਡੀ ਦਾ ਮਾਡਲ ਹੈ, ਬੀਟਲ ਗੱਡੀ ਹੈ। ਇਹ ਬਹੁਤ ਹੀ ਫੇਮਸ ਮਾਡਲ ਸੀ ਫੋਰਡ ਦਾ, ਜੋ ਕਿ ਬਹੁਤ ਹੀ ਉਸ ਟਾਈਮ ਦੇ ਵਿੱਚ ਪ੍ਰਚਲਿਤ ਹੋਇਆ। ਤਾਂ ਇਹ ਸੀ ਆਟੋਮੋਬਾਈਲ ਦੀ ਸ਼ੁਰੂਆਤ, ਕਿਵੇਂ ਕਿਵੇਂ ਉਹਦੇ ਵਿੱਚ ਜਦੋਂ ਪਹਿਲਾਂ ਕਾਰ ਦਾ ਡਿਜ਼ਾਈਨ ਬਣਿਆ, ਉਸ ਤੋਂ ਬਾਅਦ ਕਿਵੇਂ ਕਿਵੇਂ ਉਹਦੇ ਵਿੱਚ ਚੇਂਜਿਸ ਆਏ ਅਤੇ ਉਹਦੇ ਡਿਜ਼ਾਈਨ ਕਿਵੇਂ ਚੇਂਜ ਹੁੰਦਾ ਰਿਹਾ। ਬੇਟਾ ਜੀ ਇਸ ਦੇ ਬਲੈਂਕਸ ਅਸੀਂ ਭਰ ਦਿੱਤੇ ਗਏ ਹੈ, ਅਤੇ ਇਹਦੇ ਜਿਹੜੇ ਕੁਐਸਚਨ ਹੈ ਉਹ ਵੀ ਇਹਦੇ 'ਤੇ ਲਿਖੇ ਗਏ ਹੈ, ਕਈਆਂ ਦੀ ਨਿਸ਼ਾਨੀ ਲਗਾਈਆਂ। ਤਾਂ ਇਸ ਨੂੰ ਤੁਸੀਂ ਕਾਪੀ 'ਤੇ ਜ਼ਰੂਰ ਰਾਈਟ ਡਾਊਨ ਕਰਨਾ ਹੈ। ਧੰਨਵਾਦ।